ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ 24x7 ਪੰਜਾਬ। ਅੱਜ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਪੰਚਕੂਲੇ ਦੇ ਰੈਸਟ ਹਾਊਸ ਵਿੱਚ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਹੈ। ਇਸ ਦੌਰਾਨ ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਗਿਆਨ ਚੰਦ ਗੁਪਤਾ ਅਤੇ ਸ਼ਿਵਾਲਿਕ ਬੋਰਡ ਦੇ ਚੇਅਰਮੈਨ ਓਮ ਪ੍ਰਕਾਸ਼ ਦੇਵੀ ਨਾਗਰ ਅਤੇ ਭਾਰਤੀ ਜਨਤਾ ਯੁਵਾ ਮੋਰਚਾ ਦੇ ਪ੍ਰਧਾਨ ਯੋਗੇਂਦਰ ਯੋਗੀ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਗਿਆਨ ਚੰਦ ਗੁਪਤਾ ਨੇ ਕਿਹਾ ਕਿ ਉਹਨਾਂ ਨੂੰ ਦਿੱਲੀ ਚੋਣਾਂ ਵਿੱਚ ਮਾਡਲ ਟਾਊਨ ਚਾਂਦਨੀ ਚੌਂਕ ਵਿੱਚ ਚੋਣ ਡਿਊਟੀ ਤੇ ਲਗਾਇਆ ਗਿਆ ਹੈ। ਜਦੋਂ ਉਹ ਉੱਥੇ ਗਏ ਤਾਂ ਲੋਕਾਂ ਨੂੰ ਮਿਲੇ। ਲੋਕਾਂ ਨੇ ਉਹਨਾਂ ਨੂੰ ਦੱਸਿਆ ਕਿ ਭ੍ਰਿਸ਼ਟਾਚਾਰ ਕਿਵੇਂ ਹੋ ਰਿਹਾ ਹੈ, ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕੀਤਾ ਗਿਆ ਹੈ ਅਤੇ ਲੋਕ ਬਹੁਤ ਪਰੇਸ਼ਾਨ ਹਨ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇ ਅਤੇ ਨਾਲ ਹੀ ਆਮ ਆਦਮੀ ਪਾਰਟੀ ਦੇ ਦੋਸ਼ ਲਗਾਇਆ ਕਿ ਘੁਟਾਲੇ ਦਿੱਲੀ ਵਿੱਚ ਉਹਨਾਂ ਦੀ ਸਰਕਾਰ ਦੁਆਰਾ ਕੀਤੇ ਜਾਂਦੇ ਹਨ, ਜਿਸ ਵਿੱਚ ਦਿੱਲੀ ਜਲ ਬੋਰਡ ਵੀ ਸ਼ਾਮਿਲ ਹੈ ਅਤੇ ਇਹ ਸ਼ਰਾਬ ਘੁਟਾਲੇ ਅਤੇ ਹੋਰ ਬਹੁਤ ਸਾਰੇ ਘੁਟਾਲਿਆਂ ਤੋਂ ਇਲਾਵਾ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਦਿੱਲੀ ਦੀ ਉਦਾਹਰਨ ਦਿੰਦੀ ਹੈ, ਉਹਨਾਂ ਦੁਆਰਾ ਕਈ ਵੱਡੇ ਕਦਮ ਕੀਤੇ ਗਏ ਹਨ। ਅੱਜ ਉਹਨਾਂ ਦੀ ਸੱਚਾਈ ਬਾਹਰ ਆ ਗਈ ਹੈ ਅਤੇ ਇਸ ਦੇ ਨਾਲ ਹੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਨਸ਼ਾਖੋਰੀ, ਬੇਰੁਜ਼ਗਾਰੀ ਅਤੇ ਕਾਨੂੰਨੀ ਵਿਵਸਥਾ ਉੱਥੇ ਵੀ ਪੂਰੀ ਤਰ੍ਹਾਂ ਖਤਮ ਹੋ ਗਈ ਹੈ। ਗੈਂਗਸਟਰਾਂ ਵਿਚਕਾਰ ਗੋਲੀਬਾਰੀ ਲਗਭਗ ਹਰ ਰੋਜ਼ ਹੁੰਦੀ ਹੈ ਅਤੇ ਉਸ ਦੇ ਨਾਲ ਹੀ ਸਮੇਂ ਤੇ ਅਰਵਿੰਦ ਕੇਜਰੀਵਾਲ ਇੱਕ ਦਿੱਲੀ ਵਿੱਚ ਵੱਡਾ ਐਲਾਨ ਜਦੋਂ ਚੋਣ ਲੜੀ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਉਹ ਕਾਂਗਰਸ ਦਾ ਬਿਲਕੁਲ ਸਮਰਥਨ ਨਹੀਂ ਕਰਨਗੇ, ਪਰ ਕਾਂਗਰਸ ਨਾਲ ਗੱਠਜੋੜ ਕਰਕੇ ਦਿੱਲੀ ਅਤੇ ਹਰਿਆਣਾ ਵਿੱਚ ਚੋਣ ਲਈ ਗਈ ਸੀ। ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਕਾਂਗਰਸ ਦਾ ਸਮਰਥਨ ਕੀਤਾ ਸੀ। ਇਸ ਤੋਂ ਇਲਾਵਾ ਕੇਜਰੀਵਾਲ ਕਹਿੰਦੇ ਸਨ ਕਿ ਉਹ ਕਦੇ ਵੀ ਸਰਕਾਰੀ ਗੱਡੀ ਨਹੀਂ ਲੈਣਗੇ, ਪਰ ਉਹਨਾਂ ਨੇ ਇੱਕ ਸਰਕਾਰੀ ਗੱਡੀ ਲਈ ਅਤੇ ਨਾਲ ਹੀ ਦਿੱਲੀ ਵਿੱਚ ਆਪਣੇ ਲਈ ਇੱਕ ਆਲੀਸ਼ਾਨ ਬੰਗਲਾ ਬਣਾਇਆ, ਜਿਸ ਦੀ ਦੇਖਭਾਲ ਦੀ ਲਾਗਤ ਸਿਰਫ 50 ਕਰੋੜ ਰੁਪਏ ਹੈ। ਕੇਜਰੀਵਾਲ ਵਾਂਗ ਝੂਠਾ ਬੰਦਾ ਨਹੀਂ ਹੁੰਦਾ, ਉਹ ਸਿਰਫ ਇੱਕ ਭ੍ਰਿਸ਼ਟ ਬੰਦਾ ਹੈ। ਕੇਜਰੀਵਾਲ ਨੇ ਜਾਟਾਂ ਲਈ ਰਾਖਵੇਂ ਕਰਨ ਦੀ ਗੱਲ ਕੀਤੀ ਸੀ। ਉਹਨਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਉਹ ਪਿਛਲੇ 10 ਸਾਲ ਕਿੱਥੇ ਹਨ। ਜਦੋਂ ਚੋਣਾਂ ਆਈਆਂ ਉਦੋਂ ਹੀ ਉਹਨਾਂ ਨੂੰ ਜਾਟਾਂ ਨੂੰ ਰਾਖਵੇਂਕਰਨ ਦੇਣ ਦੀ ਗੱਲ ਕਰਨਾ ਯਾਦ ਆਇਆ। ਉਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਜਿਸ ਤਰ੍ਹਾਂ ਦੋਸ਼ ਲਗਾ ਰਹੇ ਹਨ ਕਿ ਭਾਜਪਾ ਵੱਲੋਂ ਵੋਟਰ ਸੂਚੀ ਨਾਲ ਛੇੜਛਾੜ ਬਾਰੇ ਸਾਬਕਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਕਿਹਾ ਕਿ ਚੋਣ ਸੂਚੀ ਵਿੱਚ ਕੋਈ ਸਮੱਸਿਆ ਨਹੀਂ ਹੈ। ਜੇਕਰ ਕਿਸੇ ਨੇ ਕੋਈ ਸ਼ਿਕਾਇਤ ਹੈ ਤਾਂ ਉਹ ਚੋਣ ਕਮਿਸ਼ਨ ਕੋਲ ਜਾ ਸਕਦਾ ਹੈ ਅਤੇ ਚੋਣ ਕਮਿਸ਼ਨ ਵੱਲੋਂ ਨਿਰੀਖਣ ਚੋਣ ਕਰਵਾਇਆ ਜਾ ਰਿਹਾ ਹੈ। ਅਤੇ ਇਸ ਦੇ ਨਾਲ ਹੀ ਕੁਝ ਸਮਾਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਇੱਕ ਬਿਆਨ ਦਿੱਤਾ ਸੀ ਕਿ ਭਾਜਪਾ ਦਿੱਲੀ ਵਿੱਚ ਲੋਕਾਂ ਨੂੰ ਪੈਸੇ ਖਦੇ ਰਹੀ ਹੈ, ਜੋ ਵੀ ਬਿਲਕੁਲ ਗਲਤ ਹੈ ਅਤੇ ਭਾਜਪਾ ਵੱਲੋਂ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਇਹ ਅਰਵਿੰਦ ਕੇਜਰੀਵਾਲ ਦਾ ਬਿਆਨ ਹੈ। ਇਹ ਇੱਕ ਝੂਠਾ ਇਲਜ਼ਾਮ ਹੈ। ਭਾਜਪਾ ਪਿਛਲੇ 34 ਸਾਲਾਂ ਤੋਂ ਮਾਡਲ ਟਾਊਨ ਵਿੱਚ ਨਹੀਂ ਜਿੱਤ ਰਹੀ। ਇਸ ਸਵਾਲ ਦਾ ਜਵਾਬ ਦਿੰਦੇ ਹੋਏ ਸਾਬਕਾ ਵਿਧਾਨ ਸਭਾ ਸਪੀਕਰ ਨੇ ਕਿਹਾ ਹੈ ਕਿ ਆਉਣ ਵਾਲੇ ਚੋਣਾਂ ਵਿੱਚ ਭਾਜਪਾ ਮਾਡਲ ਟਾਊਨ ਬਹੁਤ ਚੰਗੇ ਫਰਕ ਨਾਲ ਜਿੱਤੇਗੀ। ਹਰ ਭਾਜਪਾ ਵਰਕਰ ਵਿੱਚ ਬਹੁਤ ਉਤਸ਼ਾਹ ਹੈ ਅਤੇ ਉਹ ਕਾਫੀ ਉਤਸ਼ਾਹਿਤ ਹਨ। केजरीवाल के झूठ को दुनिया जान चुकी है कि उस जैसा झूठा शायद पूरे देश के अंदर नहीं होगा, दुनिया के अंदर नहीं होगा। उसने तो झूठ के अंदर कई पीएचडी की हुई है, ऐसा लगता है। जो बोलता है वो झूठ बोलता है और इसको लोग जनता की दिल्ली की जनता वहां जानती है। वोटरों की लिस्ट को लेकर भी कुछ सवाल उठाए गए हैं केजरीवाल द्वारा, अरविंद केजरीवाल जो हैं उनके द्वारा। देखिए, वोटर लिस्ट के मामले में अभी भी जो वोटर लिस्ट जारी हुई है उसके लिए ऑब्जेक्शन करने का समय, और इलेक्शन कमीशन फ्री एंड फेयर इलेक्शन कराने के लिए प्रतिबद्ध है और उन्होंने पूरे उसके लिए इंतजाम किए हैं कि आकर के कोई भी अपनी शिकायत दर्ज करा सकता है और उसका नियम के अनुसार उसकी शिकायत का समाधान इलेक्शन कमीशन उन्होंने कहा कि हम करेंगे। मॉडल टाउन विधानसभा क्षेत्र बहुत मुश्किल क्षेत्र है। पिछले 34 साल से बीजेपी नहीं जीत पाई है वो सीट। पहले 3 बार कांग्रेस जीती थी, उसके बाद लगातार आप जीतती आ रही है, तो कैसे देखते हैं अब की बार निकाल पाएंगे वो सीट? बहुत मुश्किल टफ है। देखिए, जिस प्रकार का माहौल मेरे को पिछले 1 सप्ताह के अंदर वहां देखने के मिला और जिस प्रकार का उत्साह अब की बार कार्यकर्ताओं में उत्साह है। कोई भी चुनाव कार्यकर्ताओं के उत्साह के अनुसार, कार्यकर्ताओं के अंदर कितना जोश है, कार्यकर्ताओं के अंदर कितनी मेहनत करने की एक होड़ लगी है,
उसके ऊपर जीता जाता है। और कार्यकर्ता जो है, आज भारतीय जनता पार्टी का कार्यकर्ता पूरी तरह से उत्साहित है और दिल्ली में भी हरियाणा प्रदेश की तरह भाजपा की सरकार बने उसके लिए वो कटिबद्ध है। एक और सवाल, ये केजरीवाल द्वारा आरोप लगाया जा रहा है कि भारतीय जनता पार्टी पैसा बांट रही है वोटरों को। देखिए, ये आरोप, जैसा मैंने कहा कि झूठा व्यक्ति वो झूठ ही बोलता है। इस प्रकार के आरोप जो है, क्योंकि झूठ बोलना उसकी आदत है। जो जाट आरक्षण का मुद्दा उठाया है, ये प्रभावित कर पाएगा वोटरों को, जो क्योंकि बाहरी दिल्ली में अगर हम बात करें या गांव के अंदर करीब करीब 20% आबादी जो है, ये आरक्षण की बात जो आज उसने की है, 10 साल सत्ता में थे तब उन्होंने जाट आरक्षण की बात क्यों नहीं की, उनको लागू क्यों नहीं किया। आज चुनाव के समय लोगों को भ्रम में डालना, भ्रम में डाल करके वोट लेना, ये दिल्ली की जनता, मैंने पहले कहा कि दिल्ली की जनता समझ चुकी है, उसके झूठ को पहचान चुकी है। और सबसे बड़ा झूठ जो है, झूठा व्यक्ति अगर कोई है दुनिया में तो वो केजरीवाल है। आज रानिया विधानसभा की रीकाउंटिंग होनी थी, लेकिन कांग्रेस उम्मीदवार ने उसका बहिष्कार कर दिया कि जो हम चाहते थे वो नहीं करवा रहे हैं, मॉक पोल करवा रहे हैं, तो काउंटिंग नहीं करवा रहे हैं। क्या कहना चाहिए इस पे? देखिए, ये निर्णय सुप्रीम कोर्ट ने किया है, उनकी हिदायत के मुताबिक, उनकी डायरेक्शंस के मुताबिक ही वहां पर काउंटिंग होगी। उसके अंदर, क्योंकि सुप्रीम कोर्ट के निर्णय को कोई भी व्यक्ति या कोई भी संस्था या कोई भी एडमिनिस्ट्रेशन उसको रोक नहीं सकती, उसके ऊपर उनको अमल करना ही पड़ेगा। केजरीवाल को आपने देखा कि कांग्रेस के साथ मिलकर के हरियाणा प्रदेश के अंदर भी चुनाव लड़ा और दिल्ली प्रदेश के अंदर भी। मेरा ये मानना है कि इन सब चीजों को देखते हुए दिल्ली के अंदर भारी बहुमत से भारतीय जनता पार्टी की सरकार बनने जा रही है। मैं वहां पर ग्राउंड लेवल के ऊपर भी मैंने जाकर के आम आदमी से जो बात की, आम आदमी अपने आप को ठगा हुआ महसूस कर रहा है कि जो केजरीवाल ने वायदे किए थे, दिल्ली को प्रदूषण मुक्त करने का वायदा, दिल्ली से गंदगी दूर करने का, जो कूड़े का ढेर, जो उन्होंने कहा था कि ये कूड़े को ढेर को मैं उठाऊंगा, आज वो कूड़े का ढेर जो है वो बहुत बड़ा हो चुका है। लोग, दिल्ली की जनता पूछ रही है कि तो आपने तो कूड़ा साफ करने की बात कही थी, ये तो कूड़ा बढ़ता जा रहा है। आज मैं समझता हूं कि जो वातावरण दिल्ली के अंदर है, भारतीय जनता पार्टी की सरकार जो है वो बनने जा रही है और भारी बहुमत से भारतीय जनता पार्टी की सरकार बनेगी। हमारे बहुत सारे कार्यकर्ता अभी तो फिलहाल, क्योंकि चुनाव की डेट जो है वो 5 फरवरी है, लगभग 25-30 दिन बने हैं। जिस दिन हमारे यहाँ कैंडिडेट्स का नॉमिनेशन होगा उसके तुरंत बाद हमारे बहुत सारे कार्यकर्ता अलग अलग जहाँ जहाँ भी ड्यूटियाँ लगी हैं, मेरी जो मुझे विधानसभा दी गई है वो चांदनी चौक में मॉडल टाउन विधानसभा है, उसके ऊपर मुझे प्रभारी के नाते वहाँ जिम्मेवारी दी गई है। और उसमें पिछले कई दिनों से वहाँ मंडल स्तर पर बैठकें हुई हैं, शक्ति केंद्र पर बैठकें हुई हैं और वहाँ शक्ति केंद्र पर वहाँ हुई है। इससे ऐसा लगता है कि अब की बार हरियाणा और महाराष्ट्र की तरह ही दिल्ली के अंदर भी जो डबल इंजन की सरकार वो बनने जा रही है। केजरीवाल ने जाट